ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬ ਐਕਸ ਨਿਊਜ਼ ਤੇ ਮੈਂ ਪੂਨਮ ਰਤੂੜੀ। ਤਾਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ, ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦੇ ਮੌਕੇ ਲਖਨਊ ਦੇ ਵਿੱਚ ਯੋਗੀ ਆਦਿੱਤਿਆਨਾਥ ਨੇ ਵੱਡਾ ਬਿਆਨ ਦਿੱਤਾ ਹੈ। ਜੀ ਹਾਂ, ਉਹਨਾਂ ਨੇ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਨਨਕਾਣਾ ਸਾਹਿਬ ਆਖਿਰ ਕਦ ਤੱਕ ਸਾਡੇ ਤੋਂ ਦੂਰ ਰਹੇਗਾ। ਜੀ ਹਾਂ, ਉੱਥੇ ਇਹਨਾਂ ਨੇ ਇਹ ਵੀ ਕਿਹਾ ਹੈ ਕਿ ਸਾਨੂੰ ਉਹਨਾਂ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਜੋ ਹਿੰਦੂ ਤੇ ਸਿੱਖਾਂ ਦੇ ਵਿੱਚ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਦੱਸ ਦੇਵਾਂ ਕਿ ਉਹਨਾਂ ਨੇ ਬਿਆਨ ਦਿੰਦੇ ਕਿਹਾ ਕਿ ਆਖਰ ਨਨਕਾਣਾ ਸਾਹਿਬ ਸਾਡੇ ਤੋਂ ਕਦੋਂ ਤੱਕ ਦੂਰ ਰਹੇਗਾ, ਇਹ ਅਧਿਕਾਰ ਸਾਨੂੰ ਵਾਪਸ ਮਿਲਣਾ ਚਾਹੀਦਾ ਹੈ। ਜੀ ਹਾਂ, ਉੱਥੇ ਉਹਨਾਂ ਨੇ ਵੀ ਕਿਹਾ ਕਿ ਉਹਨਾਂ ਨੇ ਬੰਗਲਾਦੇਸ਼ ਤੇ ਪਾਕਿਸਤਾਨ 'ਚ ਹੋ ਰਹੇ ਹਿੰਸਕ ਘਟਨਾਵਾਂ ਬਾਰੇ ਵੀ ਚਿੰਤਾ ਜ਼ਾਹਿਰ ਕੀਤੀ ਹੈ। ਸੀਐਮ ਯੋਗੀ ਨੇ ਕਿਹਾ ਕਿ ਵੱਡੇ ਸਿੱਖ ਗੁਰੂਆਂ ਦਾ ਇਤਿਹਾਸ ਅੱਜ ਵੀ ਸਵਰਨ ਅੱਖਰਾਂ ਦੇ ਵਿੱਚ ਦਰਜ ਹੈ। ਇਹ ਸਾਡੇ ਜੀਵਨ ਨੂੰ ਪ੍ਰੇਰਿਤ ਕਰਦਾ ਹੈ, ਸਾਨੂੰ ਅੱਗੇ ਵਧਣ ਲਈ ਮੋਟੀਵੇਟ ਕਰਦਾ ਹੈ। ਕੁਝ ਚੁਣੌਤੀਆਂ ਅੱਜ ਵੀ ਸਾਡੇ ਸਾਹਮਣੇ ਨੇ। ਨਨਕਾਣਾ ਸਾਹਿਬ ਸਾਨੂੰ ਕਦੋਂ ਤੱਕ ਦੂਰ ਰੱਖੋਗੇ? ਜੀ ਹਾਂ, ਸਾਨੂੰ ਇਹ ਅਧਿਕਾਰ ਕਿਉਂ ਵਾਪਸ ਨਹੀਂ ਮਿਲਣਾ ਚਾਹੀਦਾ? ਜੇ 1947 ਚ ਸੂਝ-ਬੂਝ ਵਰਤੀ ਗਈ ਹੁੰਦੀ ਤਾਂ ਅੱਜ ਸਾਡੇ ਸਾਹਮਣੇ ਇਹ ਮੁਸ਼ਕਲਾਂ ਨਾ ਹੁੰਦੀਆਂ। ਇਤਿਹਾਸ ਸਾਨੂੰ ਆਪਣੇ ਭੁਲੇਖੇ ਸੋਧਣ ਦਾ ਮੌਕਾ ਦੇ ਰਿਹਾ ਅਤੇ ਸਾਨੂੰ ਇਸ ਦੇ ਲਈ ਇਕਜੁੱਟ ਹੋਣਾ ਪਵੇਗਾ। ਉਹਨਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ ਕਦੇ ਵੀ ਦੇਸ਼ ਤੇ ਧਰਮ ਤੋਂ ਹਟ ਕੇ ਕਿਸੇ ਵਿਦੇਸ਼ੀ ਆਕਰਮਣਕਾਰ ਦੇ ਸਾਹਮਣੇ ਸਿਰ ਨਹੀਂ ਝੁਕਾਇਆ। ਜੀ ਹਾਂ, ਸਿੱਖ ਧਰਮ ਦੀ ਮਹਾਨ ਪਰੰਪਰਾ ਸਾਡੇ ਜੀਵਨ ਦਾ ਅਟੁੱਟ ਹਿੱਸਾ ਹੈ ਜੋ ਸਾਨੂੰ ਹਮੇਸ਼ਾ ਜੀਵਨ ਦੀ ਨਵੀਂ ਜ਼ਿੰਦਗੀ ਦਿੰਦੀ ਹੈ। ਜੇ ਅਸੀਂ ਇਸ ਪਰੰਪਰਾ ਦਾ ਪਾਲਣ ਕਰਾਂਗੇ ਤਾਂ ਦੁਨੀਆ ਦੀ ਕੋਈ ਵੀ ਤਾਕਤ ਸਾਡਾ ਨੁਕਸਾਨ ਨਹੀਂ ਕਰ ਸਕਦੀ। ਉੱਥੇ ਹੀ ਯੋਗੀ ਆਦਿੱਤਿਆਨਾਥ ਨੇ ਚੇਤਾਵਨੀ ਵੀ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਦੇਸ਼ ਨੂੰ ਵੰਡਣ ਨਾ ਦਿਓ। ਜੇ ਇਹ ਹੋਇਆ ਤਾਂ ਇਹ ਇੱਕ ਵੱਡੀ ਲੜਾਈ ਦੀ ਸ਼ੁਰੂਆਤ ਹੋਵੇਗੀ। ਅੱਜ ਬੰਗਲਾਦੇਸ਼ 'ਚ ਕੱਟੜਪੰਥੀ ਹਿੰਦੂਆਂ, ਬੌਧਾਂ ਤੇ ਹੋਰ ਘੱਟ ਗਿਣਤੀ ਦੇ ਵਾਲੇ ਧਰਮਾਂ ਦੇ ਲੋਕਾਂ ਦੀ ਹੱਤਿਆ ਕਰ ਰਹੇ ਨੇ। ਉਹਨਾਂ ਨੂੰ ਸਾੜਿਆ ਜਾ ਰਿਹਾ, ਉਹਨਾਂ ਦੀ ਜਾਇਦਾਦ ਨੂੰ ਲੁੱਟਿਆ ਜਾ ਰਿਹਾ, ਇੱਥੇ ਤੱਕ ਕਿ ਮਾਤਾਵਾਂ ਤੇ ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਕੀਤਾ ਜਾ ਰਿਹਾ। ਸਮਾਗਮ 'ਚ ਸੀਐਮ ਯੋਗੀ ਨੇ ਸਿੱਖ ਗੁਰੂਆਂ ਦੀ ਬਹਾਦਰੀ ਤੇ ਤਿਆਗ ਨੂੰ ਯਾਦ ਕਰਦੇ ਹੋਏ ਸਾਰਿਆਂ ਨੂੰ ਸਹਿਯੋਗ ਤੇ ਸਾਵਧਾਨ ਰਹਿਣ ਦੀ अपील ਕੀਤੀ ਹੈ। एक और ये महान सिख गुरुओं का इतिहास है जो हम सब के सामने आज भी स्वर्णाक्षरों में है, जो हम सबके जीवन में एक नई प्रेरणा प्रदान करता है, हमको निरंतर आगे बढ़ने के लिए प्रेरित करता है। और दूसरी ओर वे चुनौतियां जो हमारे सामने आज भी दिखाई दे रही है। बांग्लादेश में जो कुछ हो रहा है वो किसी से छुपा हुआ नहीं। पाकिस्तान में इससे पहले जो कुछ हुआ वो किसी से छुपा हुआ नहीं। आखिर ननकाना साहब हम सबसे कब तक दूर रहेगा? और क्यों नहीं ये अधिकार वापस हमें मिलना चाहिए। अगर यह सूझबूझ 1947 में दिखाई होती तो संभवतः नगर कीर्तन यात्रा में आने वाला व्यवधान वहां पर नहीं देखने को मिलता। इतिहास की उन गलतियों की परिमार्जन का अवसर इतिहास हमें दे रहा है और मुझे लगता है कि उस परिमार्जन के लिए हम सबको अपने आप को तैयार करना होगा। एकजुट होकर के सब मिल करके इस अभियान का हिस्सा बने। उन लोगों से सावधान होने की आवश्यकता है जो हिंदू और सिखों के बीच में खाई पैदा करना चाहते हैं। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬ ਐਕਸ ਨਿਊਜ਼ ਤੇ ਮੈਂ ਪੂਨਮ ਰਤੂੜੀ। ਤਾਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ, ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦੇ ਮੌਕੇ ਲਖਨਊ ਦੇ ਵਿੱਚ ਯੋਗੀ ਆਦਿੱਤਿਆਨਾਥ ਨੇ ਵੱਡਾ ਬਿਆਨ ਦਿੱਤਾ ਹੈ। ਜੀ ਹਾਂ, ਉਹਨਾਂ ਨੇ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਨਨਕਾਣਾ ਸਾਹਿਬ ਆਖਿਰ ਕਦ ਤੱਕ ਸਾਡੇ ਤੋਂ ਦੂਰ ਰਹੇਗਾ। ਜੀ ਹਾਂ, ਉੱਥੇ ਇਹਨਾਂ ਨੇ ਇਹ ਵੀ ਕਿਹਾ ਹੈ ਕਿ ਸਾਨੂੰ ਉਹਨਾਂ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਜੋ ਹਿੰਦੂ ਤੇ ਸਿੱਖਾਂ ਦੇ ਵਿੱਚ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਦੱਸ ਦੇਵਾਂ ਕਿ ਉਹਨਾਂ ਨੇ ਬਿਆਨ ਦਿੰਦੇ ਕਿਹਾ ਕਿ ਆਖਰ ਨਨਕਾਣਾ ਸਾਹਿਬ ਸਾਡੇ ਤੋਂ ਕਦੋਂ ਤੱਕ ਦੂਰ ਰਹੇਗਾ, ਇਹ ਅਧਿਕਾਰ ਸਾਨੂੰ ਵਾਪਸ ਮਿਲਣਾ ਚਾਹੀਦਾ ਹੈ। ਜੀ ਹਾਂ, ਉੱਥੇ ਉਹਨਾਂ ਨੇ ਵੀ ਕਿਹਾ ਕਿ ਉਹਨਾਂ ਨੇ ਬੰਗਲਾਦੇਸ਼ ਤੇ ਪਾਕਿਸਤਾਨ 'ਚ ਹੋ ਰਹੇ ਹਿੰਸਕ ਘਟਨਾਵਾਂ ਬਾਰੇ ਵੀ ਚਿੰਤਾ ਜ਼ਾਹਿਰ ਕੀਤੀ ਹੈ।
ਸੀਐਮ ਯੋਗੀ ਨੇ ਕਿਹਾ ਕਿ ਵੱਡੇ ਸਿੱਖ ਗੁਰੂਆਂ ਦਾ ਇਤਿਹਾਸ ਅੱਜ ਵੀ ਸਵਰਨ ਅੱਖਰਾਂ ਦੇ ਵਿੱਚ ਦਰਜ ਹੈ। ਇਹ ਸਾਡੇ ਜੀਵਨ ਨੂੰ ਪ੍ਰੇਰਿਤ ਕਰਦਾ ਹੈ, ਸਾਨੂੰ ਅੱਗੇ ਵਧਣ ਲਈ ਮੋਟੀਵੇਟ ਕਰਦਾ ਹੈ। ਕੁਝ ਚੁਣੌਤੀਆਂ ਅੱਜ ਵੀ ਸਾਡੇ ਸਾਹਮਣੇ ਨੇ। ਨਨਕਾਣਾ ਸਾਹਿਬ ਸਾਨੂੰ ਕਦੋਂ ਤੱਕ ਦੂਰ ਰੱਖੋਗੇ? ਜੀ ਹਾਂ, ਸਾਨੂੰ ਇਹ ਅਧਿਕਾਰ ਕਿਉਂ ਵਾਪਸ ਨਹੀਂ ਮਿਲਣਾ ਚਾਹੀਦਾ? ਜੇ 1947 ਚ ਸੂਝ-ਬੂਝ ਵਰਤੀ ਗਈ ਹੁੰਦੀ ਤਾਂ ਅੱਜ ਸਾਡੇ ਸਾਹਮਣੇ ਇਹ ਮੁਸ਼ਕਲਾਂ ਨਾ ਹੁੰਦੀਆਂ। ਇਤਿਹਾਸ ਸਾਨੂੰ ਆਪਣੇ ਭੁਲੇਖੇ ਸੋਧਣ ਦਾ ਮੌਕਾ ਦੇ ਰਿਹਾ ਅਤੇ ਸਾਨੂੰ ਇਸ ਦੇ ਲਈ ਇਕਜੁੱਟ ਹੋਣਾ ਪਵੇਗਾ। ਉਹਨਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ ਕਦੇ ਵੀ ਦੇਸ਼ ਤੇ ਧਰਮ ਤੋਂ ਹਟ ਕੇ ਕਿਸੇ ਵਿਦੇਸ਼ੀ ਆਕਰਮਣਕਾਰ ਦੇ ਸਾਹਮਣੇ ਸਿਰ ਨਹੀਂ ਝੁਕਾਇਆ। ਜੀ ਹਾਂ, ਸਿੱਖ ਧਰਮ ਦੀ ਮਹਾਨ ਪਰੰਪਰਾ ਸਾਡੇ ਜੀਵਨ ਦਾ ਅਟੁੱਟ ਹਿੱਸਾ ਹੈ ਜੋ ਸਾਨੂੰ ਹਮੇਸ਼ਾ ਜੀਵਨ ਦੀ ਨਵੀਂ ਜ਼ਿੰਦਗੀ ਦਿੰਦੀ ਹੈ। ਜੇ ਅਸੀਂ ਇਸ ਪਰੰਪਰਾ ਦਾ ਪਾਲਣ ਕਰਾਂਗੇ ਤਾਂ ਦੁਨੀਆ ਦੀ ਕੋਈ ਵੀ ਤਾਕਤ ਸਾਡਾ ਨੁਕਸਾਨ ਨਹੀਂ ਕਰ ਸਕਦੀ। ਉੱਥੇ ਹੀ ਯੋਗੀ ਆਦਿੱਤਿਆਨਾਥ ਨੇ ਚੇਤਾਵਨੀ ਵੀ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਦੇਸ਼ ਨੂੰ ਵੰਡਣ ਨਾ ਦਿਓ। ਜੇ ਇਹ ਹੋਇਆ ਤਾਂ ਇਹ ਇੱਕ ਵੱਡੀ ਲੜਾਈ ਦੀ ਸ਼ੁਰੂਆਤ ਹੋਵੇਗੀ। ਅੱਜ ਬੰਗਲਾਦੇਸ਼ 'ਚ ਕੱਟੜਪੰਥੀ ਹਿੰਦੂਆਂ, ਬੌਧਾਂ ਤੇ ਹੋਰ ਘੱਟ ਗਿਣਤੀ ਦੇ ਵਾਲੇ ਧਰਮਾਂ ਦੇ ਲੋਕਾਂ ਦੀ ਹੱਤਿਆ ਕਰ ਰਹੇ ਨੇ। ਉਹਨਾਂ ਨੂੰ ਸਾੜਿਆ ਜਾ ਰਿਹਾ, ਉਹਨਾਂ ਦੀ ਜਾਇਦਾਦ ਨੂੰ ਲੁੱਟਿਆ ਜਾ ਰਿਹਾ। ਇੱਥੇ ਤੱਕ ਕਿ ਮਾਤਾਵਾਂ ਤੇ ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਕੀਤਾ ਜਾ ਰਿਹਾ। ਸਮਾਗਮ 'ਚ ਸੀਐਮ ਯੋਗੀ ਨੇ ਸਿੱਖ ਗੁਰੂਆਂ ਦੀ ਬਹਾਦਰੀ ਤੇ ਤਿਆਗ ਨੂੰ ਯਾਦ ਕਰਦੇ ਹੋਏ ਸਾਰਿਆਂ ਨੂੰ ਸਹਿਯੋਗ ਤੇ ਸਾਵਧਾਨ ਰਹਿਣ ਦੀ अपील ਕੀਤੀ ਹੈ। एक और ये महान सिख गुरुओं का इतिहास है जो हम सब के सामने आज भी स्वर्णाक्षरों में है, जो हम सबके जीवन में एक नई प्रेरणा प्रदान करता है, हमको निरंतर आगे बढ़ने के लिए प्रेरित करता है। और दूसरी ओर वे चुनौतियां जो हमारे सामने आज भी दिखाई दे रही है। बांग्लादेश में जो कुछ हो रहा है वो किसी से छुपा हुआ नहीं। पाकिस्तान में इससे पहले जो कुछ हुआ वो किसी से छुपा हुआ नहीं। आखिर ननकाना साहब हम सबसे कब तक दूर रहेगा? और क्यों नहीं ये अधिकार वापस हमें मिलना चाहिए। अगर यह सूझबूझ 1947 में दिखाई होती तो संभवतः नगर कीर्तन यात्रा में आने वाला व्यवधान वहां पर नहीं देखने को मिलता। इतिहास की उन गलतियों की परिमार्जन का अवसर इतिहास हमें दे रहा है और मुझे लगता है कि उस परिमार्जन के लिए हम सबको अपने आप को तैयार करना होगा। एकजुट होकर के सब मिल करके इस अभियान का हिस्सा बने। उन लोगों से सावधान होने की आवश्यकता है जो हिंदू और सिखों के बीच में खाई पैदा करना चाहते हैं। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬ ਐਕਸ ਨਿਊਜ਼ ਤੇ ਮੈਂ ਪੂਨਮ ਰਤੂੜੀ। ਤਾਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦੇ ਮੌਕੇ ਲਖਨਊ ਦੇ ਵਿੱਚ ਯੋਗੀ ਆਦਿੱਤਿਆਨਾਥ ਨੇ ਵੱਡਾ ਬਿਆਨ ਦਿੱਤਾ ਹੈ। ਜੀ ਹਾਂ, ਉਹਨਾਂ ਨੇ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਨਨਕਾਣਾ ਸਾਹਿਬ ਆਖਿਰ ਕਦ ਤੱਕ ਸਾਡੇ ਤੋਂ ਦੂਰ ਰਹੇਗਾ। ਜੀ ਹਾਂ, ਉੱਥੇ ਇਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਉਹਨਾਂ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਜੋ ਹਿੰਦੂ ਤੇ ਸਿੱਖਾਂ ਦੇ ਵਿੱਚ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਦੱਸ ਦੇਵਾਂ ਕਿ ਉਹਨਾਂ ਨੇ ਬਿਆਨ ਦਿੰਦੇ ਕਿਹਾ ਕਿ ਆਖਰ ਨਨਕਾਣਾ ਸਾਹਿਬ ਸਾਡੇ ਤੋਂ ਕਦੋਂ ਤੱਕ ਦੂਰ ਰਹੇਗਾ, ਇਹ ਅਧਿਕਾਰ ਸਾਨੂੰ ਵਾਪਸ ਮਿਲਣਾ ਚਾਹੀਦਾ ਹੈ। ਜੀ ਹਾਂ, ਉੱਥੇ ਉਹਨਾਂ ਨੇ ਵੀ ਕਿਹਾ ਕਿ ਉਹਨਾਂ ਨੇ ਬੰਗਲਾਦੇਸ਼ ਤੇ ਪਾਕਿਸਤਾਨ 'ਚ ਹੋ ਰਹੇ ਹਿੰਸਕ ਘਟਨਾਵਾਂ ਬਾਰੇ ਵੀ ਚਿੰਤਾ ਜ਼ਾਹਿਰ ਕੀਤੀ ਹੈ। ਸੀਐਮ ਯੋਗੀ ਨੇ ਕਿਹਾ ਕਿ ਵੱਡੇ ਸਿੱਖ ਗੁਰੂਆਂ ਦਾ ਇਤਿਹਾਸ ਅੱਜ ਵੀ ਸਵਰਨ ਅੱਖਰਾਂ ਦੇ ਵਿੱਚ ਦਰਜ ਹੈ। ਇਹ ਸਾਡੇ ਜੀਵਨ ਨੂੰ ਪ੍ਰੇਰਿਤ ਕਰਦਾ ਹੈ, ਸਾਨੂੰ ਅੱਗੇ ਵਧਣ ਲਈ ਮੋਟੀਵੇਟ ਕਰਦਾ ਹੈ। ਕੁਝ ਚੁਣੌਤੀਆਂ ਅੱਜ ਵੀ ਸਾਡੇ ਸਾਹਮਣੇ ਨੇ। ਨਨਕਾਣਾ ਸਾਹਿਬ ਸਾਨੂੰ ਕਦੋਂ ਤੱਕ ਦੂਰ ਰੱਖੋਗੇ? ਜੀ ਹਾਂ, ਸਾਨੂੰ ਇਹ ਅਧਿਕਾਰ ਕਿਉਂ ਵਾਪਸ ਨਹੀਂ ਮਿਲਣਾ ਚਾਹੀਦਾ? ਜੇ 1947 ਚ ਸੂਝ-ਬੂਝ ਵਰਤੀ ਗਈ ਹੁੰਦੀ ਤਾਂ ਅੱਜ ਸਾਡੇ ਸਾਹਮਣੇ ਇਹ ਮੁਸ਼ਕਲਾਂ ਨਾ ਹੁੰਦੀਆਂ। ਇਤਿਹਾਸ ਸਾਨੂੰ ਆਪਣੇ ਭੁਲੇਖੇ ਸੋਧਣ ਦਾ ਮੌਕਾ ਦੇ ਰਿਹਾ ਅਤੇ ਸਾਨੂੰ ਇਸ ਦੇ ਲਈ ਇਕਜੁੱਟ ਹੋਣਾ ਪਵੇਗਾ। ਉਹਨਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ ਕਦੇ ਵੀ ਦੇਸ਼ ਤੇ ਧਰਮ ਤੋਂ ਹਟ ਕੇ ਕਿਸੇ ਵਿਦੇਸ਼ੀ ਆਕਰਮਣਕਾਰ ਦੇ ਸਾਹਮਣੇ ਸਿਰ ਨਹੀਂ ਝੁਕਾਇਆ। ਜੀ ਹਾਂ, ਸਿੱਖ ਧਰਮ ਦੀ ਮਹਾਨ ਪਰੰਪਰਾ ਸਾਡੇ ਜੀਵਨ ਦਾ ਅਟੁੱਟ ਹਿੱਸਾ ਹੈ ਜੋ ਸਾਨੂੰ ਹਮੇਸ਼ਾ ਜੀਵਨ ਦੀ ਨਵੀਂ ਜ਼ਿੰਦਗੀ ਦਿੰਦੀ ਹੈ। ਜੇ ਅਸੀਂ ਇਸ ਪਰੰਪਰਾ ਦਾ ਪਾਲਣ ਕਰਾਂਗੇ ਤਾਂ ਦੁਨੀਆ ਦੀ ਕੋਈ ਵੀ ਤਾਕਤ ਸਾਡਾ ਨੁਕਸਾਨ ਨਹੀਂ ਕਰ ਸਕਦੀ। ਉੱਥੇ ਹੀ ਯੋਗੀ ਆਦਿੱਤਿਆਨਾਥ ਨੇ ਚੇਤਾਵਨੀ
ਚੇਤਾਵਨੀ ਵੀ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਦੇਸ਼ ਨੂੰ ਵੰਡਣ ਨਾ ਦਿਓ, ਜੇ ਇਹ ਹੋਇਆ ਤਾਂ ਇਹ ਇੱਕ ਵੱਡੀ ਲੜਾਈ ਦੀ ਸ਼ੁਰੂਆਤ ਹੋਵੇਗੀ। ਅੱਜ ਬਾਂਗਲਾਦੇਸ਼ 'ਚ ਕੱਟੜਪੰਥੀ ਹਿੰਦੂਆਂ, ਬੌਧਾਂ ਤੇ ਹੋਰ ਘੱਟ ਗਿਣਤੀ ਦੇ ਵਾਲੇ ਧਰਮਾਂ ਦੇ ਲੋਕਾਂ ਦੀ ਹੱਤਿਆ ਕਰ ਰਹੇ ਨੇ। ਉਹਨਾਂ ਨੂੰ ਸਾੜਿਆ ਜਾ ਰਿਹਾ, ਉਹਨਾਂ ਦੀ ਜਾਇਦਾਦ ਨੂੰ ਲੁੱਟਿਆ ਜਾ ਰਿਹਾ, ਇੱਥੇ ਤੱਕ ਕਿ ਮਾਤਾਵਾਂ ਤੇ ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਕੀਤਾ ਜਾ ਰਿਹਾ। ਸਮਾਗਮ 'ਚ ਸੀਐਮ ਯੋਗੀ ਨੇ ਸਿੱਖ ਗੁਰੂਆਂ ਦੀ ਬਹਾਦਰੀ ਤੇ ਤਿਆਗ ਨੂੰ ਯਾਦ ਕਰਦੇ ਹੋਏ ਸਾਰਿਆਂ ਨੂੰ ਸਹਿਯੋਗ ਤੇ ਸਾਵਧਾਨ ਰਹਿਣ ਦੀ अपील की है। एक और ये महान सिख गुरुओं का इतिहास है जो हम सब के सामने आज भी स्वर्णाक्षरों में है, जो हम सबके जीवन में एक नई प्रेरणा प्रदान करता है, हमको निरंतर आगे बढ़ने के लिए प्रेरित करता है। और दूसरी ओर वे चुनौतियां जो हमारे सामने आज भी दिखाई दे रही है। बांग्लादेश में जो कुछ हो रहा है वो किसी से छुपा हुआ नहीं। पाकिस्तान में इससे पहले जो कुछ हुआ वो किसी से छुपा हुआ नहीं। आखिर ननकाना साहब हम सबसे कब तक दूर रहेगा? और क्यों नहीं ये अधिकार वापस हमें मिलना चाहिए। अगर यह सूझबूझ 1947 में दिखाई होती तो संभवतः नगर कीर्तन यात्रा में आने वाला व्यवधान वहां पर नहीं देखने को मिलता। इतिहास की उन गलतियों की परिमार्जन का अवसर इतिहास हमें दे रहा है, और मुझे लगता है कि उस परिमार्जन के लिए हम सबको अपने आप को तैयार करना होगा। एकजुट होकर के सब मिल करके इस अभियान का हिस्सा बने। उन लोगों से सावधान होने की आवश्यकता है जो हिंदू और सिखों के बीच में खाई पैदा करना चाहते हैं।